ਇਹ ਚਾਰ ਸਾਹਿਬਜ਼ਾਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। आओ ਅੱਜ 762 762 ਪੰਨੇ ਤੇ ਦੇਖੀਏ ਗੁਰੂ ਸਾਹਿਬ ਸਾਨੂੰ ਕੀ ਸਮਝਾ ਰਹੇ ਹਨ। ਲਾਸਟ ਟਾਈਮ ਅਸੀਂ ਮਹੱਲਾ ਪੰਜਵਾਂ ਦੇ ਅਸ਼ਟਪਦੀਆਂ ਪੜ੍ਹੀਆਂ ਸਨ ਰਾਗ ਸੂਹੀ ਦੇ ਵਿੱਚ। ਅੱਜ ਰਾਗ ਸੂਹੀ ਮਹੱਲਾ ਪਹਿਲਾ ਕੁਚੱਜੀ। ਹੁਣ ਅਸ਼ਟਪਦੀਆਂ ਸਾਰੀਆਂ ਖਤਮ ਹੋ ਗਈਆਂ ਹਨ। ਪਹਿਲੇ ਵੀ ਅਸੀਂ ਗੱਲ ਕੀਤੀ ਹੈ ਕਿ ਜਦੋਂ ਵੀ ਇੱਕ ਰਾਗ ਦੇ ਵਿੱਚ ਜੋ ਗੁਰੂ ਅਰਜਨ ਸਾਹਿਬ ਜੀ ਨੇ ਦਰਜ ਕੀਤੇ ਨੇ ਸ਼ਬਦ, ਉਹ ਸਭ ਤੋਂ ਪਹਿਲਾਂ 2 ਤੁੱਕੇ ਔਰ 4 ਤੁੱਕੇ ਜਿਹੜੇ ਨੇ ਸ਼ਬਦ ਉਹ ਉਹਨਾਂ ਨੇ ਲਿਖੇ ਹਨ। ਪਹਿਲੀ ਪਾਤਸ਼ਾਹੀ ਦਾ ਸਭ ਤੋਂ ਪਹਿਲੇ, ਫਿਰ ਉਸ ਤੋਂ ਬਾਅਦ ਨੈਕਸਟ ਪਾਤਸ਼ਾਹੀਆਂ ਦੇ, ਫਿਰ ਜਦੋਂ 2 ਤੁੱਕੇ ਔਰ 4 ਤੁੱਕੇ ਖਤਮ ਹੋ ਜਾਂਦੇ ਹਨ ਉਸ ਤੋਂ ਬਾਅਦ ਅਸ਼ਟਪਦੀਆਂ ਵੀ ਇੰਝ ਹੀ ਕਰਮਵਾਰ ਪਹਿਲੀ ਪਾਤਸ਼ਾਹੀ ਤੋਂ ਲੈ ਕੇ 9ਵੀਂ ਪਾਤਸ਼ਾਹੀ ਦੀਆਂ ਲਿਖੀਆਂ ਗਈਆਂ ਹਨ। ਫਿਰ ਜਦੋਂ ਅਸ਼ਟਪਦੀਆਂ ਖਤਮ ਹੋ ਜਾਂਦੀਆਂ ਹਨ ਉਸ ਤੋਂ ਬਾਅਦ ਛੰਦ ਔਰ ਹੋਰ ਇਸ ਟਾਈਪ ਦੇ ਜਿਹੜੇ ਸ਼ਬਦ ਹਨ ਉਹ ਆ ਜਾਂਦੇ ਹਨ। ਅਸ਼ਟਪਦੀਆਂ ਔਰ 4 ਪਦੀਆਂ 2 ਤੁੱਕਿਆਂ ਵਿੱਚ ਨਾਰਮਲੀ ਸਾਰਿਆਂ ਵਿੱਚ ਰਹਾਓ ਹੁੰਦਾ ਹੈ, ਪਰ ਇਹ ਜਿਹੜੇ ਛੰਦ ਔਰ ਸ਼ਲੋਕ ਆਉਂਦੇ ਹਨ ਇਹਨਾਂ ਵਿੱਚ ਨਾਰਮਲੀ ਰਹਾਓ ਨਹੀਂ ਹੁੰਦਾ ਹੈ। ਸੋ ਸਭ ਤੋਂ ਪਹਿਲੇ ਅਸੀਂ ਹੁਣ ਇਹਦੇ 'ਚ ਰਾਗ ਸੂਹੀ ਮਹੱਲਾ ਪਹਿਲਾ ਕੁਚੱਜੀ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਮੁੰਝ ਕੁਚੱਜੀ ਅਮਾਵਣ ਡੂਸੜੇ, ਹੋ ਕਿਉ ਸੋਹਰਾਵਣ ਜਾਓ ਜੀਓ। ਇਹ 3 ਸ਼ਬਦਾਂ ਦਾ ਸੰਗ੍ਰਹਿ ਹੈ। ਇਹਦੇ 'ਚ ਪਹਿਲਾ ਜਿਹੜਾ ਸ਼ਬਦ ਹੈ ਉਹ ਕੁਚੱਜੀ ਦਾ ਉਹਦੇ 'ਚ ਹੈਡਿੰਗ ਹੈ, ਦੂਸਰੇ ਉੱਤੇ ਸੁਚੱਜੀ ਹੈ ਔਰ ਤੀਸਰੇ ਉੱਤੇ ਗੁਣਵੰਤੀ ਹੈ। ਇਹ ਗੁਰੂ ਸਾਹਿਬ ਮੇਰੇ ਖਿਆਲ ਜੀਵ ਆਤਮਾ ਜਿਹੜੀ ਜੀਵਾਂ ਦੀ ਪੋਜੀਸ਼ਨ ਹੈ ਜਿਹੜੀ ਉਹ ਦੱਸ ਰਹੇ ਹਨ ਕਿ ਕਿਸ ਤਰ੍ਹਾਂ ਦੇ ਲੋਕ ਹੁੰਦੇ ਹਨ ਔਰ ਉਹ ਕਿਹੋ ਜਿਹੀ ਪੋਜੀਸ਼ਨ ਦੇ ਵਿੱਚੋਂ ਲੰਘਦੇ ਹਨ। ਆਓ ਦੇਖੀਏ ਗੁਰੂ ਸਾਹਿਬ ਕੀ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਮੁੰਝ ਕੁਚੱਜੀ ਅਮਾਵਣ ਡੋਸੜੇ, ਹੋ ਕਿਉ ਸੋਹਰਾਵਣ ਜਾਓ ਜੀਓ। ਮੈਂ ਕੋਈ ਵੀ ਗੁਣਾਂ ਤੋਂ ਬਿਨਾਂ, ਕੋਈ ਢੰਗ ਨਾ ਜਾਣਦੀ ਹੋਈ, ਬਹੁਤ ਸਾਰੇ ਮੇਰੇ ਅੰਦਰ ਐਬ ਹਨ ਜਿਹੜੇ ਛੁਪਦੇ ਨਹੀਂ ਹਨ। ਮੈਂ ਕਿਸ ਤਰ੍ਹਾਂ ਆਪਣੇ ਪਤੀ ਪਰਮੇਸ਼ਵਰ ਨੂੰ ਮਨਾਉਣ ਲਈ ਜਾ ਸਕਦੀ ਹਾਂ। ਇੱਕ ਦੂ ਇੱਕ ਚੰਡੰਦੀਆਂ ਕੌਣ ਜਾਣੇ ਮੇਰਾ ਨਾਮ ਜੀਓ। ਉੱਥੇ ਤੇ ਇੱਕ ਤੋਂ ਇੱਕ ਵਧੀਆ ਜਿਹੜੀਆਂ ਹਨ ਉਹਨੂੰ ਮਿਲਣ ਲਈ ਜਾ ਰਹੀਆਂ ਹਨ। ਮੇਰਾ ਕੌਣ ਨਾਂ ਜਾਣਦਾ ਉੱਥੇ। ਮੈਂ ਤੇ ਬਹੁਤ ਕੁਚੱਜੀ ਹਾਂ। ਜਿੰਨੀ ਸਖੀ ਸੋ ਰਾਵਿਆ ਸੀ ਅੰਬੀ ਛਾਵੜੀ ਇਹ ਜਿਓ। ਜਿਨ੍ਹਾਂ ਮੇਰੀਆਂ ਸਹੇਲੀਆਂ ਨੇ ਉਹ ਪਤੀ ਪਰਮੇਸ਼ਵਰ ਨੂੰ ਮਨਾ ਲਿਆ ਹੈ, ਖੁਸ਼ ਕਰ ਲਿਆ ਹੈ, ਉਹ ਤੇ ਇਸ ਵੇਲੇ ਅੰਬਾਂ ਦੀ ਛਾਏ ਬੈਠੀਆਂ ਹੋਈਆਂ ਆਰਾਮ ਕਰ ਰਹੀਆਂ ਹਨ। ਇਹ ਲੱਗਦਾ ਹੈ ਕਿ ਗੁਰੂ ਸਾਹਿਬ ਨੇ ਜਿਸ ਟਾਈਮ ਦੇ ਉੱਤੇ ਇਹ ਸ਼ਬਦ ਉਚਾਰਿਆ ਹੈ ਉਸ ਟਾਈਮ 'ਤੇ ਉਹ ਅੰਬਾਂ ਦੇ ਪੇੜਾਂ ਦੇ ਹੇਠ ਹੀ, ਜਾਂ ਉਸ ਟਾਈਮ 'ਤੇ ਜਿਨ੍ਹਾਂ ਦਿਨਾਂ ਵਿੱਚ ਅੰਬ ਬਹੁਤ ਸਾਰੇ ਲੱਗਦੇ ਹਨ ਔਰ ਲੋਕ ਅੰਬ ਨੂੰ ਇੰਜੋਏ ਕਰ ਰਹੇ ਹੁੰਦੇ ਹਨ, ਉਹਨਾਂ ਦਿਨਾਂ ਦੇ ਵਿੱਚ ਹੀ ਉਹਨਾਂ ਨੇ ਸ਼ਬਦ ਹੈ ਉਚਾਰਿਆ ਲੱਗਦਾ ਹੈ। ਸੇ ਗੁਣ ਮੁੰਝ ਨ ਆਵਨੀ, ਹਉ ਕੈਜੀ ਦੋਸਤ ਰਿਓ ਜਿਓ। ਜੇ ਮੇਰੇ ਅੰਦਰ ਹੀ ਕੋਈ ਗੁਣ ਹੀ ਨਹੀਂ ਹੈਗਾ, ਗੁਣ ਆਉਂਦਾ ਹੀ ਨਹੀਂ ਹੈ,
ਤਾਂ ਦੋਸ਼ ਤੇ ਮੇਰਾ ਹੀ, ਮੈਂ ਕਿਸੇ ਹੋਰ ਦੇ ਉੱਤੇ ਕਿਹਦੇ ਉੱਤੇ ਦੋਸ਼ ਰੱਖ ਸਕਦੀ ਹਾਂ। ਕਿਆ ਗੁਣ ਤੇਰਾ ਵਿਥਰਾ ਹੋ, ਕਿਆ ਕਿਆ ਕਿਨਾ ਤੇਰਾ ਨਾਮ ਜਿਓ। ਹੁਣ ਮੈਂ ਕੀ ਵਿਸਥਾਰ ਨਾਲ ਦੱਸਾਂ ਕਿ ਮੇਰੇ ਕਿਹੜਾ ਕੋਈ ਗੁਣ ਹੈਗਾ ਤੇ ਮੈਂ ਕੀ ਆਪਣਾ ਨਾਂ ਲਵਾਂ ਔਰ ਤੇਰਾ ਕਿੱਦਾਂ ਨਾਂ ਲਾ ਸਕਦੀ ਹਾਂ। ਇਕਤ ਟੋਲ ਮੈਂ ਅੰਬੜਾ ਹੋ, ਸਭ ਕੁਰਬਾਨੇ ਤੇਰੇ ਜਾਓ ਜਿਓ। ਮੇਰੇ ਕੋਲ ਇੱਕ ਵੀ ਤੇਰਾ ਢੰਗ ਦਾ ਗੁਣ ਨਹੀਂ ਹੈਗਾ ਤੇ ਮੈਂ ਕਿੱਦਾਂ ਤੇਰੇ ਕੋਲ ਪਹੁੰਚ ਸਕਦੀ ਹਾਂ। ਹੇ ਪ੍ਰਮਾਤਮਾ, ਮੈਂ ਤੇਰੇ ਤੋਂ ਸਦਾ ਕੁਰਬਾਨ ਜਾਂਦੀ ਹਾਂ, ਵਾਰੀ ਜਾਂਦੀ ਹਾਂ। ਸੋਇਨਾ ਰੂਪਾ ਰੰਗੁਲਾ ਮੋਤੀ ਤੈ ਮਾਣਕ ਜਿਓ, ਸੇ ਵਸਤ ਸਹ ਦਿੱਤੀਆਂ ਮੈਂ ਤਿੰਨ ਸਿਓ ਲਾਇਆ ਚਿੱਤ ਜਿਓ। ਮੈਨੂੰ ਮੇਰੇ ਪ੍ਰਭੂ ਪਰਮੇਸ਼ਵਰ ਨੇ, ਮੇਰੇ ਪਰਮਾਤਮਾ ਨੇ, ਮੇਰੇ ਖਸਮ ਨੇ ਸੋਨਾ ਰੁਪਈਆ, ਕਈ ਕਿਸਮ ਦੇ ਹੀਰੇ ਜਵਾਹਰਾਤ, ਚਾਂਦੀ ਮੋਤੀ ਦਿੱਤੇ ਹਨ। ਮੈਂ ਤਾਂ ਉਹਨਾਂ 'ਚ ਵੀ ਫਸ ਕੇ ਰਹਿ ਗਈ ਹਾਂ ਔਰ ਪਰਮਾਤਮਾ ਦੇ ਨਾਲ ਜਿਹਨੇ ਸਭ ਕੁਝ ਦਿੱਤਾ ਹੈ ਉਹਨੂੰ ਤਾਂ ਭੁੱਲ ਹੀ ਦਿੱਤਾ ਹੈ। ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜਿਓ, ਹੋ ਇੰਨੀ ਟੋਲੀ ਭੁੱਲੀਅਸ ਤਿਸ ਕੰਤ ਨ ਬੈਠੀ ਪਾਸ ਜਿਓ। ਉਹਨੇ ਵਧੀਆ ਸੋਹਣੇ ਮੈਨੂੰ ਘਰ-ਬਾਰ, ਮਕਾਨ, ਮੰਦਰ ਦੇ ਦਿੱਤੇ ਹਨ। ਮੈਂ ਇਹਨਾਂ ਦੇ ਵਿੱਚ ਹੀ ਫਸ ਗਈ ਹਾਂ, ਇਹਨਾਂ ਵਿੱਚ ਹੀ ਰਾਸ ਹੋ ਗਈਆਂ, ਰੱਜ ਗਈਆਂ। ਮੈਂ ਇਹਨਾਂ ਟੋਲੀਆਂ ਦੇ ਵਿੱਚ ਫਸ ਕੇ ਪਰਮਾਤਮਾ ਨੂੰ ਭੁੱਲ ਹੀ ਗਈ ਹਾਂ ਔਰ ਉਹਦੇ ਪਾਸ 'ਤੇ ਬੈਠਣ ਦਾ ਯਤਨ ਹੀ ਨਹੀਂ ਕੀਤਾ। ਅੰਬਰ ਕੂੰਜਾਂ ਕੁਰਲੀਆਂ ਬਗ ਬੈਠੇ ਆਏ ਜਿਓ। ਇਹ ਤਾਂ ਕੁਝ ਇੰਝ ਹੋ ਗਿਆ ਕਿ ਜਿਹੜੇ ਮੇਰੇ ਗੁਣ ਸੀਗੇ ਸਾਰੇ ਦੇ ਸਾਰੇ ਮੇਰੇ ਤੋਂ ਦੂਰ ਚਲੇ ਗਏ ਹਨ ਔਰ ਦੂਰ ਕਿਤੇ ਉਹਨਾਂ ਦੀ ਆਵਾਜ਼ ਆ ਰਹੀ ਹੈ ਮੇਰੇ ਨੇੜੇ, ਤੇ ਮੇਰੇ ਕੋਲ ਕੋਈ ਗੁਣ ਰਿਹਾ ਹੀ ਕੋਈ ਨਹੀਂ। ਬਗ ਬੈਠੇ ਆਏ ਜਿਓ, ਜਿੱਦਾਂ ਬਗਲਾ ਹੁੰਦਾ ਹੈ, ਉਹ ਸਿਰਫ ਤੇ ਸਿਰਫ ਆਪਣੇ ਦਿਖਾਵਾ ਹੀ ਕਰਦਾ ਹੈ, ਉਹਦੇ 'ਚ ਸੱਚ ਦੀ ਕੋਈ ਗੱਲ ਹੀ ਨਹੀਂ ਹੁੰਦੀ। ਮੇਰੇ ਵਿੱਚ ਵੀ ਇਹੋ ਜਿਹਾ ਹੀ ਪ੍ਰਗਟਾਵਾ ਕਰਨ ਵਾਲੀਆਂ ਚੀਜ਼ਾਂ ਸਿਰਫ ਰਹਿ ਗਈਆਂ ਹਨ, ਅਸਲੀਅਤ ਕੋਈ ਹੈ ਹੀ ਨਹੀਂ। ਸਾਧਨ ਚੱਲੀ ਸਾਹੁਰੇ, ਕਿਆ ਮੂੰਹ ਦੇਸੀ ਆਗੇ ਜਾਏ ਜਿਓ। ਜਦੋਂ ਮੈਂ ਇਹੋ ਜਿਹੀ ਜੀਵ ਇਸਤਰੀ ਅੱਗੇ ਸਹੁਰੇ ਘਰ ਜਾ ਰਹੀ ਹਾਂ ਤਾਂ ਮੈਂ ਅੱਗੇ ਜਾ ਕੇ ਆਪਣਾ ਕੀ ਸ਼ਕਲ ਦਿਖਾਵਾਂਗੀ, ਆਪਣਾ ਕੀ ਮੂੰਹ ਦਿਖਾਵਾਂਗੀ। ਸੁੱਤੀ ਸੁੱਤੀ ਚਾਲ ਥੀਆ ਭੁੱਲੀ ਵਾਟੜੀ ਆਸ ਜਿਓ। ਮੈਂ ਸੁੱਤੀ ਰਹਿ ਗਈ, ਇਹਨਾਂ ਸਾਰੇ ਜਿਹੜੇ ਮੂੰਹ ਮਾਇਆ ਦੇ ਚੱਕਰ ਸੀਗੇ ਇਹਨਾਂ 'ਚ ਫਸੀ ਹੋਈ ਸੁੱਤੀ ਹੀ ਰਹਿ ਗਈ ਔਰ ਹੁਣ ਤਾਂ ਮੇਰੇ ਉੱਤੇ ਬੁਢਾਪਾ ਆ ਗਿਆ ਹੈ ਅਤੇ ਮੈਂ ਕਿੱਦਾਂ ਉਹ ਜਿਹੜਾ ਤੇਰੇ ਵੱਲ ਜਾਣ ਵਾਲਾ ਰਸਤਾ ਹੈ ਉਹ ਕਿੱਦਾਂ ਮੈਂ ਦੇਖ ਸਕਦੀ ਹਾਂ। ਉਹ ਮੈਂ ਭੁੱਲ ਗਈ ਹਾਂ, ਮੈਂ ਉੱਧਰ ਜਾ ਹੀ ਨਹੀਂ ਸਕਦੀ ਹਾਂ। ਚੰਗਾ ਰਸਤਾ ਮੈਨੂੰ ਪਤਾ ਹੀ ਕੋਈ ਨਹੀਂ ਹੈ। ਤੈਸਾ ਨਾਲਹ ਮੁੱਤੀਅਸ ਦੁੱਖਾਂ ਕੋ ਤਰਿਆਸ ਜਿਓ। ਮੈਂ ਆਪਣੇ ਪਰਮਾਤਮਾ ਕੋਲੋਂ ਬਿਲਕੁਲ ਵਿਛੜ ਗਈ ਹਾਂ ਔਰ ਮੈਂ ਆਪਣੇ ਅੰਦਰ, ਮਨ ਦੇ ਅੰਦਰ ਜਿਹੜੇ ਦੁੱਖ ਹਨ ਉਹਨਾਂ ਨੂੰ ਹੀ ਆਪਣਾ ਪਰਮਾਨੈਂਟ, ਉਹਨਾਂ ਦੀ ਧਾਰਨਾ ਬਣਾ ਲਈ ਹੈ। ਦੁੱਖਾਂ ਦੇ ਵਿੱਚ ਹੀ ਮੈਂ ਭਟਕ ਗਈ ਹਾਂ ਆਪਣੇ। ਤੁਧ ਗੁਣ ਮੈਂ ਸਭ ਅਵਗਣ, ਇੱਕ ਨਾਨਕ ਕੀ ਅਰਦਾਸ ਜਿਓ। ਤੁਧ ਗੁਣ ਮੈਂ ਸਭ ਅਵਗਣਾ, ਇੱਕ ਨਾਨਕ ਕੀ ਅਰਦਾਸ ਜਿਓ। ਤੂੰ ਗੁਣਾਂ ਦਾ ਖਜ਼ਾਨਾ ਹੈ, ਤੇਰੇ ਕੋਲ ਗੁਣ ਹੀ ਗੁਣ ਹਨ। ਮੇਰੇ ਕੋਲ ਸਾਰੇ ਦੇ ਸਾਰੇ ਹੀ ਔਗੁਣ ਹੀ ਹਨ, ਫਿਰ ਵੀ ਨਾਨਕ ਤੇਰੇ ਹੀ ਅੱਗੇ ਅਰਦਾਸ ਕਰ ਰਹੇ ਹਨ। ਸਭ ਰਾਤੀ ਸੁਹਾਗਣੀ ਮੈਂ ਦੁਹਾਗਣ ਕਈ ਰਾਤ ਜਿਓ। ਜਿਹੜੀਆਂ ਉਹ ਸੁਹਾਗਣਾਂ ਨੇ ਉਹ ਤਾਂ ਹਰ ਟਾਈਮ ਤੇਰੇ ਨਾਲ ਹੀ ਹਨ ਔਰ ਆਨੰਦ ਮਾਣ ਰਹੀਆਂ ਹਨ। ਮੈਨੂੰ ਇੱਕ ਦੁਹਾਗਣ ਨੂੰ
ਵੀ ਇੱਕ ਮੌਕਾ ਦੇ ਦੇ, ਇੱਕ ਰਾਤ ਦੇ ਦੇ, ਮੇਰੇ ਵੱਲ ਵੀ ਇੱਕ ਨਜ਼ਰ ਕਰਕੇ ਦੇਖ ਲੈ। ਇਹ ਗੁਰੂ ਨਾਨਕ ਦੇਵ ਜੀ ਸਾਨੂੰ ਦੱਸ ਰਹੇ ਹਨ ਕਿ ਜਿਹੜੀ ਕੁਚੱਜੀ ਹੁੰਦੀ ਹੈ, ਠੀਕ ਰਸਤੇ 'ਤੇ ਨਹੀਂ ਚੱਲਦੀ ਹੈ, ਉਸ ਦਾ ਕੀ ਹਾਲਤ ਹੁੰਦੀ ਹੈ ਔਰ ਕਿਸ ਤਰ੍ਹਾਂ ਉਹ ਹਮੇਸ਼ਾ ਵਿਲਕਦੀ ਰਹਿੰਦੀ ਹੈ, ਰੋਂਦੀ ਰਹਿੰਦੀ ਹੈ, ਪਰੇਸ਼ਾਨ ਹੀ ਰਹਿੰਦੀ ਹੈ। ਹੁਣ ਇੱਥੇ ਇਹ ਕੋਈ ਜੈਂਡਰ ਦੀ ਗੱਲ ਨਹੀਂ ਹੋ ਰਹੀ ਹੈ। ਜੋ ਗੁਰੂ ਸਾਹਿਬ ਇਹ ਰੈਫਰ ਕਰ ਰਹੇ ਨੇ, ਜੈਂਡਰ ਦੇ ਹਿਸਾਬ ਨਾਲ ਨਹੀਂ ਰੈਫਰ ਕਰ ਰਹੇ ਨੇ। ਗੁਰੂ ਸਾਹਿਬ ਨੇ ਤਾਂ ਕਿਹਾ ਹੋਇਆ ਹੈ ਕਿ ਸਾਰੇ ਹੀ ਅਸੀਂ ਮਰਦ ਔਰ ਔਰਤਾਂ, ਜੀਵ ਇਸਤਰੀਆਂ ਹੀ ਹਾਂ। ਪ੍ਰਭੂ ਪਰਮਾਤਮਾ ਹੀ ਇੱਕ ਖਸਮ ਹੈ ਸਾਰਿਆਂ ਦਾ, ਬਾਕੀ ਅਸੀਂ ਸਾਰੀ ਜੀਵ ਇਸਤਰੀਆਂ ਹਾਂ। ਸੋ ਐਸੇ ਇੰਝ ਹੀ ਉਹ ਸੰਬੋਧਿਤ ਕਰ ਰਹੇ ਹਨ, ਮੇਲ ਔਰ ਫੀਮੇਲ, ਆਦਮੀ ਔਰਤ ਦੋਵਾਂ ਨੂੰ ਹੀ ਸੰਬੋਧਿਤ ਕਰ ਰਹੇ ਹਨ ਕਿ ਉਹ ਸਾਰੀਆਂ ਦੇ ਸਾਰੀਆਂ ਜੀਵ ਇਸਤਰੀਆਂ ਹੀ ਹਨ, ਇੱਕੋ ਕੈਟਾਗਰੀ 'ਚ ਆਉਂਦੀਆਂ ਹਨ, ਬਰਾਬਰ ਹਨ, ਅਤੇ ਉਹਨਾਂ ਨੂੰ ਹੀ ਇਹ ਸਾਰੀ ਚੀਜ਼ ਉਹ ਦੱਸ ਰਹੇ ਹਨ। ਇਹਦੇ 'ਚ ਇਹ ਭੁਲੇਖਾ ਨਹੀਂ ਲੈ ਲੈਣਾ ਕਿ ਸਿਰਫ ਇਸਤਰੀਆਂ ਦੇ ਵਾਸਤੇ ਗੱਲ ਕਰ ਰਹੇ ਹਨ। ਉਹ ਠੀਕ ਹੈ, ਮਿਲਾਪ ਦੇ ਵਾਸਤੇ ਉਹ ਜਿਹੜੀ ਗੱਲ ਉਹ ਸਾਨੂੰ ਜੀਵ ਇਸਤਰੀਆਂ ਲੈ ਕੇ, ਆਦਮੀ ਔਰ ਔਰਤਾਂ ਨੂੰ ਜੀਵ ਇਸਤਰੀਆਂ ਲੈ ਕੇ ਪ੍ਰਭੂ ਨੂੰ ਮਨੁੱਖ ਦੀ ਤਰ੍ਹਾਂ ਪੇਸ਼ ਕਰਕੇ ਉਹ ਦੱਸਦੇ ਨੇ ਕਿ ਜਿੱਦਾਂ ਅਸੀਂ ਐਜ਼ ਜੀਵ ਇਸਤਰੀਆਂ ਉਸ ਮਨੁੱਖ ਨਾਲ ਮਿਲਾਪ ਕਰਨਾ, ਉਸ ਹਿਸਾਬ ਦੇ ਨਾਲ ਉਹ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਪਰ ਇਹ ਹੈ ਦੋਨਾਂ ਆਦਮੀ ਔਰ ਔਰਤਾਂ ਵਾਸਤੇ ਇਕੱਠਾ ਹੀ ਹੈ। ਨੈਕਸਟ ਸ਼ਬਦ ਹੈ ਜੀ, ਸੂਹੀ ਮਹੱਲਾ ਪਹਿਲਾ, ਸੁਚੱਜੀ। ਇਹ ਸੁਚੱਜੀ ਦੇ ਬਾਰੇ 'ਚ ਉਹ ਲਿਖ ਰਹੇ ਹਨ ਕਿ ਉਹਦੀ ਕੀ ਹਾਲਤ ਹੈ। ਜਾਤੂ ਤਾਂ ਮੈਂ ਸਭ ਕੋ, ਤੂੰ ਸਾਹਿਬ ਮੇਰੀ ਰਾਸ ਜਿਓ। ਜੇ ਤੂੰ ਮੇਰੇ ਨਾਲ ਹੈ ਤਾਂ ਮੇਰੇ ਕੋਲ ਸਭ ਕੁਛ ਹੈ। हे परमात्मा, तू ही मेरा मालिक है और तू ही मेरा सरमाया, खजाना, सब कुछ है। तुद अंतर हो सुख वसा, तू अंतर सा बास जियो। जो तू मेरे हिरदे के अंदर हुंदा है, तू मेरे अंदर आनंद ही आनंद हो रहा हुंदा, आनंद ही हुंदा है। तू अंतर सा बास जियो। तू मेरे हिरदे में जदों हुंदा है, उदों ही मैनू सारी थां ते इज्जत और खुशियां मिलदियां हन। पाने तखत ਵਡਾਈਆਂ, ਪਾਣੇ ਭੀਖ ਉਦਾਸ ਜਿਓ। ਤੇਰੇ ਪਾਣੇ ਦੇ ਵਿੱਚ ਹੀ ਜਿੱਦਾਂ ਤੂੰ ਰੱਖੇ ਠੀਕ ਹੈ। ਤਖਤਾਂ ਦੇ ਉੱਤੇ ਬਿਠਾ ਕੇ ਤੂੰ ਮੈਨੂੰ ਵਡਿਆਈਆਂ ਵੀ ਦਿੰਦਾ ਹੈ। ਤੂੰ ਆਪਣੇ ਪਾਣੇ ਦੇ ਵਿੱਚ ਜੇ ਮੇਰੇ ਕੋਲ ਭੀਖ ਵੀ ਮੰਗਾਏ ਤਾਂ ਵੀ ਤੂੰ ਹੀ ਸਾਰਾ ਦੇ ਰਿਹਾ, ਤੇਰੇ ਪਾਣੇ ਵਿੱਚ ਹੀ ਰਹਿਣਾ ਹੈ। ਪਾਣੇ ਥਲ ਸਿਰ ਸਰ ਵਹੇ, ਕਮਲ ਫੁਲੇ ਆਕਾਸ਼ ਜਿਓ। ਪਾਣੇ ਥਲ ਸਿਰ ਸਰ ਵਹੇ। ਤੇਰੇ ਪਾਣੇ ਦੇ ਵਿੱਚ ਕਈ ਵਾਰੀ ਸੁੱਕੀ ਧਰਤੀ ਦੇ ਉੱਤੇ ਸੋਮੇ, ਪਾਣੀ ਦੇ ਸੋਮੇ ਵਗ ਪੈਂਦੇ ਹਨ ਔਰ ਉੱਥੇ ਕਮਲਾਂ ਦੇ ਫੁੱਲ ਕਈ ਉੱਗ ਜਾਂਦੇ ਹਨ ਔਰ ਆਕਾਸ਼ਾਂ ਤੱਕ ਪਹੁੰਚ ਜਾਂਦੇ ਹਨ। ਪਾਣੇ ਪਵਜਲ ਲੰਘੀ ਹੈ, ਪਾਣੇ ਮੰਝ ਪ੍ਰਯਾਸ ਜਿਓ। ਤੇਰੇ ਪਾਣੇ ਦੇ ਵਿੱਚ ਹੀ ਇਹ ਜਿਹੜਾ ਸੰਸਾਰ ਸਮੁੰਦਰ ਦਾ ਠਿਕਾਣਾ ਹੈ, ਇੱਥੋਂ ਪਾਰ ਉਤਾਰਾ ਹੋ ਜਾਂਦਾ ਹੈ। ਔਰ ਤੇਰੇ ਭਾਣੇ ਦੇ ਵਿੱਚ ਹੀ ਕਈ ਜਣੇ ਦੁੱਖਾਂ ਦੇ ਵਿੱਚ, ਮੋਹ ਮਾਇਆ ਵਿੱਚ ਭਟਕਦੇ ਹੋਏ ਇਸ ਸੰਸਾਰ ਸਮੁੰਦਰ ਵਿੱਚ ਡੁੱਬ ਜਾਈਦਾ ਹੈ। ਪਾਣੇ ਸੋ ਸਹਰੰਗਲਾ, ਸਿਫਤ ਰੱਤਾ ਗੁਣਤਾਸ ਜਿਓ। ਤੇਰੇ ਭਾਣੇ ਦੇ ਵਿੱਚ ਹੀ ਕਿਸੇ ਨੂੰ ਉਹ ਰੰਗਲਾ ਸੋਹਣਾ ਪਰਮਾਤਮਾ ਮਿਲ ਜਾਂਦਾ ਹੈ ਅਤੇ ਉਹ ਹਰ ਟਾਈਮ ਦੇ ਉੱਤੇ ਉਹਦੀਆਂ ਸਿਫਤਾਂ ਕਰਦਾ ਕਰਦਾ ਹੀ ਉਹਦੇ 'ਚ ਖੁੱਭਿਆ ਹੋਇਆ, ਉਹਦੇ 'ਚ ਹੀ ਹਮੇਸ਼ਾ ਜੁੜਿਆ ਹੋਇਆ, ਗੁਣਾਂ ਦਾ ਖਜ਼ਾਨੇ ਦੀ ਹੀ ਹਮੇਸ਼ਾ ਸਿਫਤਾਂ ਕਰਦਾ ਰਹਿੰਦਾ ਹੈ। ਪਾਣੇ ਸੋ ਪਿਹਾਵਲਾ, ਹੋ ਆਵਣ ਜਾਣ ਮੁਯਾਸ ਜਿਓ। ਕਿਸੇ ਨੂੰ ਤੇਰੇ ਭਾਣੇ ਵਿੱਚ ਹੀ ਤੂੰ हे परमात्मा ਭਾਣੇ ਸਿਓ, ਪਾਣੇ ਸਹ ਪਿਹਾਵਲਾ। हे परमात्मा, ਕਿਸੇ ਨੂੰ ਤੂੰ ਹੀ ਤੇਰੇ ਭਾਣੇ ਵਿੱਚ ਹੀ ਡਰਾਵਣਾ ਲੱਗਣਾ ਚਾਲੂ ਹੋ ਜਾਂਦਾ ਹੈ ਔਰ ਉਹ ਆਉਣ ਜਾਣ ਦੇ ਚੱਕਰਾਂ ਦੇ ਵਿੱਚ ਹਮੇਸ਼ਾ ਪਿਆ ਰਹਿੰਦਾ ਹੈ, ਜਨਮ ਮਰਨ ਦੇ ਚੱਕਰਾਂ 'ਚ ਪਿਆ ਰਹਿੰਦਾ ਹੈ। ਤੂੰ ਸਹ ਅਗਮ ਅਤੁਲਵਾ, ਤੂੰ ਸਹ ਅਗਮ ਅਤੁਲਵਾ, ਹੋ ਕਹਿ ਕਹਿ
तह पायास जियो। तू अपहुँच है, बहुत गहरा है, तेनू कोई तेरे गुणां नू तोल नहीं सकता। और तेनू कह के, तेरे गुणां नू कह के भी मैं बहुत लंबा टाइम ले लैनी हाँ। क्या मांगो क्या कह सुनी मैं, दर्शन भूख प्यास जियो। मैं है परमात्मा तेरे को की मंगा और तू की मेरी गल सुनेगा। मैनू तो सिर्फ तेरे दर्शनां दी ही भुख और प्यास है। गुर शब्दी सुख पाया, सच नानक की अरदास जियो। नानक कह रहे हैं और हमेशा अरदास कर रहे हैं कि गुरु का शब्द मैनू मिल जाए तो वो शब्दों के राही मैं परमात्मा नू, अपने खसम नू पा लवांगा। नैक्सट शब्द है जी ऐसे संग्रह में सूही महला पंजवां का गुणवंती। जो दीसै गुर सिखड़ा, तिस निव निव लागों पाए जियो। जिहड़ा प्यारा गुरु का सिख मैनू दिस पए तो मैं उहदे न्यू के बड़ी निमरता दे नाल उहदे हर टाइम ते चरनां विच लगी रहां। आखां बिरथा जियो की, गुण सज्जन देह मिलाए जियो। मैं उन्होंने अपना दिल का दुखड़ा दसा कि हे सज्जन, हे गुरु दे सिख, मैनू तू गुरु नाल मिला दे। किस तरह मिलिया जा सकता मैनू दस दे। सोई दस उपदेसड़ा, मेरा मन अनत न काहू जाए जियो। मैनू इहो जिहा उपदेश दे और मैनू दस दे कि उन्होंने किद्दां मिलिया जा सकता है। और मेरे मन नू इहो जिहा रस्ता दस दे कि वह होर किधरे होर ना भटके, बस उही गुरु नू मिलन दी तांग रखे। यह मन तैंकू डेवसा, मैं मार्ग देह बताए जियो। जे मन तू उहदे गुरु नू मिलन दा मार्ग दस देंगा, हे सोहणे गुरु दे सिखा, तो मैं तैनू अपना दिल कढ़ के दे दियांगी। हो आया दूरह चल के, मैं तक्की तो सरन आए जियो। मैं बड़ी दूरों चलदी आई हाँ। ਇਹਦੇ ਤੁਸੀਂ ਕਹਿ ਸਕਦੇ ਜਿੱਦਾਂ कि 84 ਲੱਖ ਜੂਨਾਂ ਜੋ मैं घूमदी आई हाँ और मैं तेरी शरण में आई हाँ और तेरी शरण दे विच हुण मैं सब कुछ लभ रही हाँ। मैं आसां रखी चित में, मेरा सबो दुख गवाए जो। और मैं पूरियां आसां ला रखियां ने अपने दिल दे विच कि मेरे सारे दे सारे दुख तू गुरु का रस्ता दस के खत्म कर देंगा। इत मार्ग चले पाईड़े, गुरु कहे सुकार कमाए जियो। जेड़े तू मार्ग चलेगा हे भरावा, मैं उधर चलांगी और जदों गुरु नू मिल लांगी तो जो गुरु काम कहेगा वो सारे ही मैं काम करांगी। त्यागे मन की मतड़ी, विसारे दूजा पाओ जियो। मैं अपने मन की भैड़ी मत जड़ी है वो सारी दी सारी छड्ड देंगी और दूजियां चीज़ों नाल जिहड़ा मैनू प्यार चमड़िया होया है, प्यार लगा होया है, वो भी मैं छड्ड देंगी। यूं पाव हर दरसावड़ा, ना लगे तत्ती वाओ जियो। इंज गुरु दे रस्ते दसे हुए रस्ते ते चलण नाल मैं उस परमात्मा का सोहना दर्शन कर लवांगी। और मेरे अंदर जिहड़ी इस वेले दुखां दी हनेरी या तत्ती वाओ अगन चल रही है, मैं तड़फ रही हाँ, वो सारी ठंडी हो जाएगी और मैं आनंद विच आ जावांगी। हो आपह बोल न जानदा, मैं कहया सब हुक्माओ जियो। जो गुरु कहेगा मैं उहदे हुक्म नू मन्नांगी। मैं अपने सारे बोल जो है मेरे खत्म हो जाएंगे, मैं अपनी कोई गल ही नहीं रखांगी। हर भगत खजाना बख्शिया, गुरु नानक किया पसाओ जियो। गुरु नानक कह रहे हैं कि जिन्हें भी किसी के हिरदे दे विच भगती का खजाना जे दे दिता है तो उहदे मन दे विच हरि दा पसाओ, हरि वसना चालू कर देगा। मैं
ਬਹੁੜ ਨਾ ਤ੍ਰਿਸ਼ਨਾ ਭੁਖੜੀ, ਹੋ ਰੱਜਾਂ ਤ੍ਰਿਪਤ ਅਕਾਏ ਜਿਓ। ਜਿਹੜੀ ਮੇਰੀ ਤ੍ਰਿਸ਼ਨਾ ਸੀ, ਜਿਹੜੀ ਮੇਰੀ ਇੱਛਾ ਸੀ, ਜਿਹੜੀ ਮੇਰੀ ਪੀੜਾ ਸੀ, ਉਹ ਮੇਰੀ ਖਤਮ ਹੋ ਜਾਏਗੀ ਔਰ ਮੇਰੀ ਭੁੱਖ ਜਿਹੜੀ ਹੈ ਉਹਦੇ ਆਨੰਦ ਦੇ ਵਿੱਚ ਉਹਦਾ ਅੰਮ੍ਰਿਤ ਪੀ ਕੇ, ਉਹਦੇ ਨਾਲ ਮਿਲ ਕੇ, ਉਹਦਾ ਦਰਸ਼ਨ ਕਰਕੇ ਮੇਰੀ ਸਾਰੀ ਭੁੱਖ ਜਿਹੜੀ ਹੈ ਉਹ ਖਤਮ ਹੋ ਜਾਏਗੀ ਔਰ ਮੈਂ ਪੂਰੀ ਰੱਜ ਜਾਵਾਂਗੀ। ਜੋ ਗੁਰ ਦੀਸੈ ਸਿੱਖੜਾ, ਤਿਸ ਨਿਵ ਨਿਵ ਲਾਗੋ ਪਾਏ ਜਿਓ। ਜੇ ਮੈਨੂੰ ਜਿਹੜਾ ਵੀ ਕੋਈ ਗੁਰੂ ਦਾ ਸਿੱਖ, ਸੋਹਣਾ ਸਿੱਖ ਨਜ਼ਰ ਆਏਗਾ, ਮੈਂ ਬੜੀ ਨਿਮਰਤਾ ਦੇ ਨਾਲ ਉਹਦੇ ਪੈਰਾਂ ਦੇ ਵਿੱਚ ਜਾ ਕੇ ਜੁੜ ਕੇ ਬਹਿ ਜਾਵਾਂਗੀ। ਇਹ ਅੱਜ ਦੇ ਲਈ ਇਹ 3 ਸ਼ਬਦ ਜਿਹੜੇ ਰਾਗ ਸੂਹੀ ਮਹੱਲਾ ਪਹਿਲਾ ਦੇ ਵਿੱਚ ਨੇ, ਉਹੀ ਅਸੀਂ ਕਰਦੇ ਹਾਂ। ਅੱਜ ਦੇ ਲਈ ਇੰਨਾ ਹੀ ਜੀ। ਬਹੁਤ ਗਲਤੀਆਂ ਕੀਤੀਆਂ ਹੋਣਗੀਆਂ, ਭੁੱਲਾਂ ਚੁੱਕਾਂ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।